Well, students, through this video, I am starting an important topic from Unit 4, that is biserial and point biserial correlation. So let's move with this topic with its practical applications. Okay. Yes. Biserial and point biserial correlation. ਜਦੋਂ ਵੀ ਅਸੀਂ correlation compute ਕਰਦੇ ਹਾਂ, correlation ਕੀ ਆ? Basically, we compute the correlation between two different variables or traits. That means ਸਾਡੇ ਕੋਲ ਕੀ ਹੋਏਗਾ ਜਦੋਂ ਅਸੀਂ measure ਕਰਨਾ ਕਿ ਸਾਡੇ ਕੋਲ we have two variables and we find out the relationship between that variable with the help of correlation. And that correlation technique is basic technique that we used before in I think in first sem you already studied about this or that topic. So now we move on with another method. That method is biserial and point biserial correlation. So अगर मैं biserial point biserial की correlation की गल करती हैं, so इत्थे की होएगा? In a same way we have two kind of variables, one variable, but इत्थे एक चीज different होएगी. ਅਸੀਂ वेरिएबल ਨੂੰ classify ਕਰਾਂਗੇ two categories. ਜਿਹੜਾ ਸਾਡੇ ਕੋਲ ਕੀ ਹੋਏਗਾ, mean to say we have two variable, one variable as it is ਰੱਖਾਂਗੇ and second variable ਨੂੰ ਕੀ ਕਰਾਂਗੇ, ਅਸੀਂ classify ਕਰਾਂਗੇ ਦੋ groups ਦੇ ਵਿੱਚ. ਠੀਕ ਹੈ, means second group ਨੂੰ dichotomous variable ਬਣਾਵਾਂਗੇ. dichotomous means ਜਿਹਨੂੰ ਅਸੀਂ ਕੀ ਕਰਾਂਗੇ, cut into two parts. For example, ਜੇ correlation find out ਕਰਨਾ between general intelligence and social intelligence in a group of student. ਹੁਣ ਜੇ normal ਅਸੀਂ ਕਾਰਲ ਪੀਅਰਸਨ correlation ਲਗਾਉਨੇ ਆ, ਸਾਡੇ ਕੋਲ ਕੀ ਆਏਗਾ, ਜਨਰਲ ਇੰਟੈਲੀਜੈਂਸ ਦਾ ਸਕੋਰ ਆਏਗਾ, ਸੋਸ਼ਲ ਐਡਜਸਟਮੈਂਟ ਦਾ ਸਕੋਰ ਹੋਏਗਾ. ਅਸੀਂ ਦੋਨਾਂ ਦੇ ਉੱਪਰ ਕੀ ਕਰਨਾਗਾ, ਕਾਰਲ ਪੀਅਰਸਨ ਫਾਰਮੂਲਾ ਲਗਾ ਕੇ ਆਰ ਫਾਈਂਡ ਆਊਟ ਕਰਨੀ ਹੈ. ਬਟ ਇਨ ਬਾਇਸੀਰੀਅਲ ਅਸੀਂ ਕੀ ਕਰਾਂਗੇ, ਕੀ ਡਿਫਰੈਂਟ ਕਰਾਂਗੇ ਇੱਥੇ ਜੋ ਅਸੀਂ ਪਿੱਛੇ ਨਹੀਂ ਕੀਤਾ. ਇੱਥੇ ਕੀ ਹੋਏਗਾ, ਫਸਟ ਵੇਰੀਏਬਲ ਨੂੰ ਅਸੀਂ ਇਨ ਟਰਮਸ ਆਫ ਟੈਸਟ ਆਫ ਸਕੋਰ ਲੈ ਲਾਂਗੇ. ਸੈਕੰਡ ਵੇਰੀਏਬਲ ਨੂੰ ਵੀ ਡਿਵਾਈਡ ਇਨਟੂ ਟੂ ਵੇ, in two categories. One category is socially adjusted and second category is socially maladjusted. So in this kind, ਜਿਹੜੀ situation ਹੋਏਗੀ ਜਾਂ researchers ਨੇ ਜਦੋਂ compute ਕਰਨਾ, means in that kind of situation ਜਿੱਥੇ ਇੱਕ variable ਤੇ ਅਸੀਂ total score ਲਵਾਂਗੇ, ਦੂਸਰੇ variable ਨੂੰ ਅਸੀਂ split ਕਰਾਂਗੇ ਦੋ ਹਿੱਸਿਆਂ 'ਚ, ਕੱਟ ਕਰ ਦਾਂਗੇ ਅਸੀਂ ਉਹਨੂੰ ਦੋ parts ਦੇ ਵਿੱਚ. In that time ਜੋ correlation ਦਾ method ਲੱਗੇਗਾ, that method is known as biserial. ਸੋ ਅੱਗੇ ਜੇ ਗੱਲ ਕਰਦੀ ਹਾਂ ਇਸੇ ਤਰੀਕੇ ਨਾਲ, ਇੱਥੇ ਕੀ ਹੋਏਗਾ, ਸਾਡੇ ਕੋਲ ਗਰੁੱਪਿੰਗ ਜਿਹੜੀ ਕੈਟਾਗਰੀ ਕਰ ਦਿੰਦੇ ਅਸੀਂ, ਸੋਸ਼ਲੀ ਐਡਜਸਟਡ ਐਂਡ ਸੋਸ਼ਲੀ ਵੈਲ ਐਡਜਸਟ. ਕੁਝ ਇਸ ਤਰ੍ਹਾਂ ਦੇ ਐਟਰੀਬਿਊਟਸ ਹੋਣਗੇ, ਲਾਈਕ ਐਥਲੈਟਿਕ, ਨॉन ਐਥਲੈਟਿਕ, ਡ੍ਰੌਪ ਆਊਟ, ਸਟੇਇੰਗ. ਜਦੋਂ ਅਸੀਂ ਕੁਝ ਇਹਦੇ ਤੋਂ ਡਿਫਰੈਂਟ ਕਰ ਰਹੇ ਹਾਂ, ਲਾਈਕ ਵੈਨ ਦਾ ਵੇਰੀਏਬਲ ਜਿਹੜੇ ਨੇ ਸਾਡੇ ਦੈਟ ਆਰ ਕਲਾਸੀਫਾਈ ਇਨਟੂ ਟੂ ਕੈਟਾਗਰੀ ਇਨ ਅ ਸੇਮ ਵੇ ਜੋ ਅਸੀਂ ਬਾਇਸੀਰੀਅਲ 'ਚ ਕੀਤਾ. ਬਟ ਜਦੋਂ ਅਸੀਂ ਕਲਾਸੀਫਿਕੇਸ਼ਨ ਕਰਨੀ ਆ, ਇਨ ਦੈਟ ਟਾਈਮ ਅਸੀਂ ਇੱਕ ਜੈਨੂਅਨ ਡਿਕੋਟਮੀ ਫੋਲੋ ਕਰਾਂਗੇ. ਮੀਨ ਜਿਹੜੀ ਅਸੀਂ ਕੱਟ ਲਗਾਉਣਾਗਾ, ਦੋ ਹਿੱਸਿਆਂ 'ਚ ਵੰਡਣਾਗਾ, ਉਹ ਕੱਟ ਲਗਾਉਣ ਦੇ ਲਈ ਅਸੀਂ ਇੱਕ ਜੈਨੂਅਨ ਰੀਜ਼ਨ ਪਿੱਛੇ ਰੱਖ ਕੇ ਉਹਨੂੰ ਕੱਟ ਲਗਾਵਾਂਗੇ. ਅਤੇ ਜਦੋਂ ਸਾਡੇ ਕੋਲ ਇਸ ਤਰ੍ਹਾਂ ਦੀ ਸਿਚੁਏਸ਼ਨ ਆਏਗੀ, ਇਸ ਤਰ੍ਹਾਂ ਦੀ ਕੰਡੀਸ਼ਨ ਆਏਗੀ ਜਿਹੜਾ ਅਸੀਂ ਕੱਟ ਲਗਾਉਣਾਗਾ ਉਹ ਜੈਨੂਅਨ ਵੇ ਨਾਲ ਲਗਾਉਣਾਗਾ, ਇਨ ਦੈਟ ਟਾਈਮ ਵੀ ਯੂਜ਼ ਪੁਆਇੰਟ ਬਾਇਸੀਰੀਅਲ ਕੋਰਿਲੇਸ਼ਨ. ਅੱਗੇ ਜਾ ਕੇ ਮੈਂ ਤੁਹਾਨੂੰ ਕਰਾਵਾਂਗੀ ਡਿਟੇਲ, ਜਿੱਥੇ ਅਸੀਂ ਕਹਿੰਦੇ ਹਾਂ ਕਿ ਜਦੋਂ ਆਈਟਮ ਐਨਾਲਿਸਿਸ ਕਰਨੀ ਹੈ, ਦੈਨ ਦੈਟ ਟਾਈਮ ਵੀ ਯੂਜ਼ ਪੁਆਇੰਟ ਬਾਇਸੀਰੀਅਲ. ਕਿਉਂ ਕਹਿੰਦੇ ਆ? ਕਿਉਂਕਿ ਉੱਥੇ ਸਾਡੇ ਕੋਲ ਕੀ ਆਏਗਾ, ਆਈਟਮ ਐਨਾਲਿਸਿਸ ਦੇ ਵਿੱਚ ਆਈਟਮ ਦੇ ਲਈ ਰਿਸਪੌਂਸ ਜਾਂ ਤਾਂ ਯੈਸ ਹੋਏਗਾ ਜਾਂ ਨੋ ਹੋਏਗਾ. ਮੀਨਸ ਦੋ ਹੀ ਹਿੱਸੇ ਵੰਡੇ ਜਾ ਸਕਦੇ ਨੇ. ਸਿਮਿਲਰ ਕਾਈਂਡ ਆਫ ਐਗਜ਼ਾਮਪਲਸ ਮੈਂ ਇੱਥੇ ਤੁਹਾਨੂੰ ਦਿਖਾ ਰਹੀ ਹਾਂ, ਲਾਈਕ ਅਸੀਂ ਕਹਿੰਦੇ ਮੇਲ ਫੀਮੇਲ, ਲਿਵਿੰਗ ਡੈਡ, ਸਾਈਕੋਟਿਕ ਐਂਡ ਨਾਰਮਲ, ਕਰਲ ਬ੍ਰਾਈਨ ਨਾਰਮਲ. ਇਹ ਕੁਝ ਕੈਟਾਗਰੀਜ਼ ਨੇ, ਜਾਂ ਪਰਸਨ ਉਸ ਸਾਈਡ ਆਏਗਾ ਜਾਂ ਪਰਸਨ ਦੂਸਰੀ ਸਾਈਡ ਆਏਗਾ. ਸੋ ਇਸ ਵੇ ਨਾਲ ਕੀ ਹੈਗਾ, ਬਾਇਸੀਰੀਅਲ ਤੇ ਪੁਆਇੰਟ ਬਾਇਸੀਰੀਅਲ ਜਿਹੜਾ ਕੋਰਿਲੇਸ਼ਨਸ ਨੇਗੇ ਬੇਸਿਕਲੀ ਯੂਜ਼ਫੁਲ ਨੇ ਜਦੋਂ ਅਸੀਂ ਆਈਟਮ ਐਨਾਲਿਸਿਸ ਕਰਨੀ ਆ ਇਨ ਟੈਸਟ ਕੰਸਟਰਕਸ਼ਨ. ਜਦੋਂ ਅਸੀਂ ਟੈਸਟ ਕੰਸਟਰਕਟ ਕਰ ਦਿਆਂਗੇ, ਇਨ ਦੈਟ ਟਾਈਮ ਆਈਟਮ ਐਨਾਲਿਸਿਸ ਕਰਨ ਲਈ ਅਸੀਂ ਇਹਨਾਂ ਟੈਕਨੀਕਸ ਨੂੰ ਕੀ ਕਰਦੇ ਹਾਂ, ਯੂਜ਼ ਕਰਦੇ ਹਾਂ. ਸੋ ਇਹਨਾਂ ਦੇ ਲਈ ਸਾਡੇ ਕੋਲ ਕੀ ਨੇਗੇ, ਫਾਰਮੂਲਾਜ਼ ਨੇ. ਬਾਇਸੀਰੀਅਲ ਲਈ ਜਿਹੜਾ ਫਾਰਮੂਲਾ ਹੈ, ਉਹ ਫਾਰਮੂਲਾ ਜਦੋਂ ਅਸੀਂ ਫਾਰਮੂਲਾ ਦੀ ਗੱਲ ਕਰਦੇ ਹਾਂ, ਉਹਦੇ ਲਈ ਸਿੰਬਲ ਜਿਹੜਾ ਸਾਡੇ ਕੋਲ ਹੋਏਗਾ, ਦਿਸ ਇਜ਼ ਦਾ ਸਿੰਬਲ ਫॉर ਬਾਇਸੀਰੀਅਲ, RBIS. ਤੇ ਇੱਥੇ ਫਾਰਮੂਲਾ ਕੀ ਹੈ, MP minus MQ over sigma T into PQ over Y. These are certain
टर्म्स ਜਿਹੜੀਆਂ ਅਸੀਂ ਇੱਥੇ ਕੀ ਕਰਾਂਗੇ ਬਾਇਸੀਰੀਅਲ ਚ ਯੂਜ਼ ਕਰਾਂਗੇ ਔਰ ਇਹ ਟਰਮਸ ਕੀ ਨੇਗੀਆਂ ਲਾਈਕ ਦੇਖੋ MP mean of group in the first category mean ਜਦੋਂ ਤੁਸੀਂ ਗਰੁੱਪ ਨੂੰ ਕੀ ਕੀਤਾ ਹਿੱਸਿਆਂ ਚ ਵੰਡਿਆ ਸਾਡੇ ਕੋਲ ਦੋ ਗਰੁੱਪ ਬਣ ਕੇ ਆਏ ਜਦੋਂ ਅਸੀਂ ਪਹਿਲੇ ਗਰੁੱਪ ਦਾ ਮੀਨ ਕੱਢਾਂਗੇ ਪਹਿਲੀ ਕੈਟਾਗਰੀ ਦਾ ਮੀਨ ਕੱਢਾਂਗੇ ਤਾਂ ਉਸ that is called MP ਤੇ ਇੱਕ ਚੀਜ਼ ਧਿਆਨ ਰੱਖਣੀ ਅਸੀਂ ਉਹਨੂੰ superior characteristics ਵਾਲੇ ਗਰੁੱਪ ਨੂੰ ਲੈਣਾਗਾ MP ਚ ਤੇ MQ mean of group in the second category sigma T ਕੀ ਹੈਗਾ standard deviation ਹੁਣ ਜਦੋਂ standard deviation ਕੱਢਣਾ ਹੈਗਾ ਉਦੋਂ ਅਸੀਂ ਕੱਲੇ ਕੱਲੇ ਦਾ ਨਹੀਂ ਕੱਢਣਾ ਕੈਟਾਗਰੀ ਜਦੋਂ ਅਸੀਂ ਗਰੁੱਪ ਨੂੰ ਸਪਲਿਟ ਕੀਤਾ ਦੋ ਹਿੱਸਿਆਂ ਚ ਅਸੀਂ ਉਸ ਤਰੀਕੇ ਨਾਲ ਨਹੀਂ ਕੱਢਣਾ ਸਿਗਮਾ ਟੀ ਕੀ ਹੋਏਗਾ ਸਟੈਂਡਰਡ ਡੇਵੀਏਸ਼ਨ ਹੋਏਗਾ ਇੰਟਾਇਰ ਗਰੁੱਪ ਦਾ ਦੈਨ ਪੀ ਪ੍ਰਪੋਰਸ਼ਨ ਇੰਟਾਇਰ ਗਰੁੱਪ ਦੇ ਵਿੱਚੋਂ ਕਿੰਨਾ ਹਿੱਸਾ ਕੈਟਾਗਰੀ ਏ ਚ ਆਇਆ ਕਿੰਨਾ ਹਿੱਸਾ ਕੈਟਾਗਰੀ ਬੀ ਚ ਆਇਆ ਉਹ ਸਾਡੇ ਕੋਲ ਕੀ ਹੋਏਗਾ ਪੀ ਐਂਡ ਕਿਊ ਤੇ ਇੱਕ ਚੀਜ਼ ਆਉਂਦੀ ਹੈ ਵਾਈ ਮੀਨਸ ਹਾਈਟ ਆਫ ਦ ਨਾਰਮਲ ਕਰਵ ਜਿਹੜਾ ਆਰਡੀਨੇਟ ਜਿਹੜਾ ਡਿਵਾਈਡ ਕਰਦਾਗਾ ਇਹਨਾਂ ਟੂ ਗਰੁੱਪਸ ਨੂੰ ਪੀ ਐਂਡ ਕਿਊ ਨੂੰ So these are the values ਜਿਹੜੀਆਂ ਅਸੀਂ ਇਸ ਫਾਰਮੂਲਾ ਚ ਕੀ ਕਰਨੀਆਂ ਨੇ ਯੂਜ਼ ਕਰਨੀਆਂ ਨੇ ਐਂਡ ਕੁਝ ਸਿਚੁਏਸ਼ਨਸ ਇਸ ਤਰ੍ਹਾਂ ਦੀਆਂ ਆਉਂਦੀਆਂ ਨੇ ਜਿੱਥੇ ਅਸੀਂ ਬਾਇਸੀਰੀਅਲ ਦਾ ਹੀ ਮੋਰ ਕਨਵੀਨੀਅੰਟ ਫਾਰਮੂਲਾ ਯੂਜ਼ ਕਰ ਲੈਂਦੇ ਹਾਂ ਐਂਡ ਦੈਟ ਫਾਰਮੂਲਾ ਸਿਰਫ ਕੀ ਵੇਰੀਏਸ਼ਨ ਆਉਂਦੀ ਹੈ ਇੱਥੇ ਅਸੀਂ MT ਲੈ ਰਹੇ ਹਾਂ ਮੀਨ ਆਫ ਟੋਟਲ ਐਂਡ ਅਗਰ MT ਲੈ ਰਹੇ ਹਾਂ ਤਾਂ ਇੱਥੇ ਵੀ ਅਸੀਂ ਕੀ ਲਵਾਂਗੇ PQ ਦੀ ਜਗ੍ਹਾ ਤੇ ਓਨਲੀ P ਡਿਵਾਈਡ ਬਾਈ Y ਅਦਰ ਜਿਹੜੇ aspects ne sare ki nege same meaning as the above formula similarly second formula sade kol aayega point biserial da kyunki dono approach ne ikattha chalna hai dono approach ਚ ਤੁਸੀਂ decide ਕਰਨਾ ਹੈ ਤੁਹਾਨੂੰ data given ਹੋਏਗਾ ਵੀ which approach is more suitable for this formula or this data ਕਿਹੜਾ formula ਜ਼ਿਆਦਾ appropriate ਆ so ਇਸੇ ਤਰੀਕੇ ਨਾਲ ਇੱਕ formula ਹੁੰਦਾ point biserial ਦਾ difference minor difference ਇਸ formula ਨਾਲੋਂ ਇੱਥੇ ਕੀ ਹੈ ਜਦੋਂ ਅਸੀਂ symbol use ਕਰਦੇ ਹਾਂ ਤੇ symbol ਕੀ ਕਰਦੇ ਹਾਂ BIS the formula ਕੀ ਹੈ MP minus MQ over sigma T into under root PQ ਹੁਣ ਧਿਆਨ ਨਾਲ ਦੇਖੋ ਜਦੋਂ ਮੈਂ ਬਾਇਸੀਰੀਅਲ ਦਾ ਕਰਾਇਆ ਸੀ ਤਾਂ ਅਸੀਂ ਕੀ ਕੀਤਾ ਸੀ PQ over Y ਇਹ ਚੀਜ਼ ਕੀ ਹੈ ਸੇਮ ਆ ਕਿੱਥੇ ਡਿਫਰੈਂਸ ਆ ਇਸ ਜਗ੍ਹਾ ਤੇ ਡਿਫਰੈਂਸ ਆ ਠੀਕ ਹੈ ਜੀ ਇੱਥੇ ਉੱਥੇ PQ over Y ਆ ਇੱਥੇ under root PQ ਅਦਰ ਜਿਹੜੀਆਂ ਇੰਟਾਇਰ ਵੈਲਿਊਜ਼ ਨੇ they are all same as per the जो आप पीछे फॉर्मूला कर चुके हैं ठीक है जी so next move with question ਤੇ ਹੁਣ ਇੱਥੇ ਕੀ ਹੋਏਗਾ ਜਦੋਂ ਅਸੀਂ ਕੰਪਿਊਟ ਕਰਨਾ ਬਾਇਸੀਰੀਅਲ ਸਾਡੇ ਕੋਲ ਮੈਂ ਪਹਿਲਾਂ ਹੀ ਕਿਹਾਗਾ ਅਸੀਂ ਗਰੁੱਪ ਨੂੰ ਕੀ ਕਰਾਂਗੇ ਡਿਵਾਈਡ ਕਰਾਂਗੇ ਅਚੀਵਮੈਂਟ ਟੈਸਟ ਹੈ ਜਿਹਦੇ ਚ ਅਸੀਂ ਕਲਾਸ ਇੰਟਰਵਲ ਫਾਰਮ ਚ ਲਿਖਿਆ ਹੋਇਆ ਸਟੂਡੈਂਟਸ ਦੇ ਆਨਸਰ ਨੇ ਦੋ ਗਰੁੱਪ ਚ ਡਿਵਾਈਡ ਕਰ ਲਿਆ ਗਰੁੱਪ 1 ਕੀ ਹੈਗਾ ਜਿੱਥੇ ਸਟੂਡੈਂਟ 50% ਅਤੇ ਉਸ ਤੋਂ ਜ਼ਿਆਦਾ ਕੀ ਕਰ ਰਹੇ ਨੇ ਆਨਸਰ ਕਰ ਰਹੇ ਨੇ ਐਂਡ ਗਰੁੱਪ 2 ਚ ਕੀ ਕਰ ਲਿਆ ਸੀ ਜਿੱਥੇ ਬੱਚੇ ਜਿਹੜੀਆਂ ਆਈਟਮ ਨੂੰ ਕਰੈਕਟਲੀ ਜਦੋਂ ਕਹਿ ਰਹੇ ਨੇ ਲੈਸ ਦੈਨ 50% ਸੋ ਇੱਕ ਸਾਡੇ ਕੋਲ ਕੀ ਆਏਗਾ ਇਹਨਾਂ ਦੋਨਾਂ ਦਾ ਹੀ this one ਔਰ this one ਦਾ ਟੋਟਲ ਆਏਗਾ ਇਹ ਵਾਲਾ ਕਾਲਮ ਫਾਰਮੂਲਾ ਸਾਨੂੰ ਆਲਰੇਡੀ ਪਤਾ ਬਾਇਸੀਰੀਅਲ ਦਾ ਫਾਰਮੂਲਾ ਔਰ ਇੱਥੇ ਦੇਖੋ ਇੱਥੇ ਤਾਂ ਮੈਂ ਲਿਖ ਦਿੱਤਾ ਵੀ ਇੱਥੇ ਬਾਇਸੀਰੀਅਲ ਲੱਗੇਗਾ ਕਿਉਂਕਿ ਇੱਥੇ ਜਿਹੜੀ ਡਿਕੋਟਮਸ ਅਸੀਂ ਇਹਨੂੰ ਡਿਵਾਈਡ ਕੀਤਾ ਵੇਰੀਏਬਲ ਨੂੰ ਇਹ ਅਸੀਂ ਰੈਂਡਮਲੀ ਡਿਵਾਈਡ ਕੀਤਾ ਹੈਗਾ ਅਸੀਂ ਇਹਨੂੰ ਇਸ ਤਰੀਕੇ ਨਾਲ ਕਰ ਲਿਆ 50% ਔਰ ਮੋਰ ਆਈਟਮ ਵਾਲਿਆਂ ਨੂੰ ਅਲੱਗ ਕਰ ਲਿਆ 50% ਔਰ ਲੈਸ ਆਈਟਮ ਨੂੰ ਅਲੱਗ ਕਰ ਠੀਕ ਹੈ ਜੀ ਇਹ ਇੱਥੇ ਜੈਨੂਇਨ ਡਿਕੋਟਮਸ ਨਹੀਂ ਹੈਗੀ ਇਸ ਕਰਕੇ ਪੁਆਇੰਟ ਬਾਇਸੀਰੀਅਲ ਨਹੀਂ ਲੱਗੇਗਾ ਇਹ ਸਮ ਦੇ ਵਿੱਚ ਫਾਰਮੂਲਾ ਕੀ ਲੱਗੇਗਾ ਬਾਇਸੀਰੀਅਲ ਸੋ ਲੈਟਸ ਮੂਵ ਵਿਦ ਡਿਫਰੈਂਟ ਫਾਰਮੂਲਾਸ ਕਿਉਂਕਿ ਇਹਨਾਂ ਵੈਲਿਊਜ਼ ਨੂੰ ਫਾਈਂਡ ਆਊਟ ਕਰਨ ਦੇ ਲਈ ਜਿਹੜੀਆਂ ਮੈਂ ਇੱਥੇ ਯੂਜ਼ ਕਰ ਰਹੀ ਹਾਂ we have these certain values one is MP one is MQ and one is sigma T these three are the formulas ਜੋ ਤੁਸੀਂ ਪਿੱਛੇ ਆਪਣੇ ਸਟੈਟ ਦੇ ਵਿੱਚ sem 1 sem 2 ਚ ਪੜ੍ਹ ਚੁੱਕੇ ਹੋ MP means mean ਕੱਢਣਾ ਗਾ mean ਦੇ ਲਈ ਫਾਰਮੂਲਾ ਕਿਹੜਾ ਮੈਂ ਲਗਾ ਰਹੀ ਹਾਂ assumed mean plus summation of fx dash over n into I means class interval difference n means total number f means जो फ्रीक्वेंसी होएगी f dash means deviation वाला फॉर्मूला लगावांगे जिन्हें ਅਸੀਂ शॉर्टकट फॉर्मूला भी बोल देने सिमिलरली AMQ ਦੀ ਫਾਰਮੂਲਾ ਬਣ ਗਿਆ ਤੇ ਇਸੇ ਤਰੀਕੇ ਨਾਲ ਇੱਕ ਫਾਰਮੂਲਾ ਸਾਡੇ ਕੋਲ ਆਏਗਾ ਸਿਗਮਾ ਟੀ ਦਾ ਕਲਾਸ ਇੰਟਰਵਲ ਅੰਡਰ ਦੀ ਰੂਟ ਇਹ ਵੈਲਿਊਜ਼ ਮੈਂ ਤੁਹਾਨੂੰ ਅੱਗੇ ਜਦੋਂ ਨੈਕਸਟ ਮੂਵ ਕਰਦੀ ਹਾਂ ਮੈਂ ਤੁਹਾਨੂੰ ਦੱਸ ਦਾਂਗੀ ਵੀ ਕੀ ਵੈਲਿਊਜ਼ ਨੇ ਠੀਕ ਹੈ ਜੀ ਸੋ ਅਸੀਂ ਇਸੇ ਇਹ ਤਿੰਨ ਕਿਉਂਕਿ ਪਹਿਲਾਂ ਸਾਨੂੰ ਇਹ ਤਿੰਨੋਂ ਫਾਰਮੂਲਾਜ਼ ਐਕਸਪਲੇਨ ਕਰਨ ਇਹਨਾਂ ਤਿੰਨੋਂ ਵੈਲਿਊਜ਼ ਨੂੰ ਫਾਈਂਡ ਆਊਟ ਕਰਨਾ ਪਏਗਾ ਤੇ ਫਿਰ ਸਾਨੂੰ P ਤੇ Q ਫਾਈਂਡ ਆਊਟ ਕਰਨਾ ਪਏਗਾ mean to say to compute biserial
we need to calculate these 6 values. So first of all, ਅਸੀਂ ਇਹ 6 values calculate ਕਰਾਂਗੇ. After that we put the value in this formula and ਸਾਡੇ ਕੋਲ ਕੀ ਆਏਗਾ, by serial ਦੇ ਨਾਲ r ਦੀ value ਆਏਗੀ. So let's move with sum. ਇਸੇ sum ਨੂੰ ਅਸੀਂ extend ਕਰਦੇ ਹਾਂ. ਹੁਣ ਤੁਹਾਡੇ ਸਾਹਮਣੇ ਮੈਂ ਇਹਨੂੰ ਇਸ ਟਾਈਮ ਤੇ ਹੁਣ ਤੁਹਾਡੇ ਨਾਲ ਐਲੈਬੋਰੇਟ ਨਹੀਂ ਕਰਾਂਗੀ, ਤੁਸੀਂ ਇਹਨੂੰ ਖੁਦ ਸੋਲਵ ਕਰਕੇ ਦੇਖ ਸਕਦੇ ਹੋ later on. ਇੱਥੇ ਦੇਖੋ ਇਹ group 1 group 2 and total ਜੋ ਪਿੱਛੇ ਟੇਬਲ ਬਣਿਆ ਹੋਇਆ, ਇਹ ਟੇਬਲ ਮੈਂ ਇੱਥੇ ਉਹਨੂੰ ਕੀ ਕਰ ਦਿੱਤਾ, ਕਲੱਬ ਕਰ ਦਿੱਤਾ. Then I just find out x dash. X dash means ਜਦੋਂ ਅਸੀਂ ਗੱਲ ਕਰਦੇ ਹਾਂ find out ਕਰਦੇ ਹਾਂ ਕਿ deviation ਲਈ ਕਰਦੇ ਹਾਂ ਅਸੀਂ, ਤੁਸੀਂ solve ਕਰਦੇ ਹੋਗੇ ਪਹਿਲਾਂ mid points find out ਕਰਦੇ ਹੋ, ਫਿਰ mid point ਤੋਂ center value ਲੈ ਕੇ ਅੱਗੇ ਨੂੰ solve ਕਰਦੇ ਹੋ. ਮੈਂ ਤੇ directly ਉਸ ਚੀਜ਼ ਨੂੰ ਕਰ ਰਹੀ ਹਾਂ. ਮੈਂ ਜੋ ਮੈਨੂੰ ਲੱਗਿਆ maximum frequency ਆ ਰਹੀ ਹੈ that is 64 ਤੇ ਮੈਂ ਉਸੇ ਨੂੰ 0 ਮਾਰਕ ਕਰ ਦਿਆ. ਜਿਸ ਸਾਈਡ ਨੂੰ ਮੇਰੇ class interval increase ਕਰ ਰਹੇ ਸੀ I have put positive 1 2 3 4 and this side negative -1 -2 -3 and -4. Then जो मैनू रिक्वायर्ड है मैं ਉਹਦੇ ਅਕੋਰਡਿੰਗ ਇਹਦੇ ਤੇ ਕੰਮ ਕਰਾਂਗੀ ਕਿ ਮੈਨੂੰ x dash ਦਾ ਸਕੁਆਇਰ ਕਿਤਨਾ ਕਿਤੇ ਰਿਕੁਆਇਰਡ ਹੈ, ਸੋ ਮੈਂ ਇਹਦਾ ਸਕੁਆਇਰ ਰੂਟ ਕੱਢ ਲਿਆ. then for group 1 fx dash ਕੱਢਿਆ ਕਿਉਂਕਿ ਇਹਦੇ ਲਈ ਜਿਹੜੀ fx dash ਦੀ ਇੱਥੇ ਤੁਸੀਂ ਵੈਲਿਊ ਪੁੱਟ ਕਰਾਂਗੇ. for group 2 ਕਿਉਂਕਿ ਇਹ mp ਲਈ ਆ, ਇਹ mq ਲਈ ਆ ਤੇ ਇਹ ਟੋਟਲ ਲਈ ਆ. ਟੋਟਲ ਸਾਨੂੰ ਕਿੱਥੇ ਚਾਹੀਦਾ, ਜਦੋਂ ਅਸੀਂ ਸਿਗਮਾ ਫਾਈਂਡ ਆਊਟ ਕਰਨਾ, ਤੇ ਇਹ ਵੈਲਿਊ ਸਾਨੂੰ ਕਿੱਥੇ ਚਾਹੀਦੀਆਂ ਨੇ, ਇੱਥੇ ਚਾਹੀਦੀਆਂ ਨੇ. ਠੀਕ ਹੈ, ਇਹ ਤੁਸੀਂ ਆਲਰੇਡੀ ਪਿੱਛੇ ਕਰ ਚੁੱਕੇ ਹੋ. ਹੁਣ ਇਸ ਸਲਾਈਡ ਨੂੰ ਤੁਸੀਂ ਦੇਖ ਕੇ ਇਸ ਸਲਾਈਡ ਦੇ ਅਕੋਰਡਿੰਗ LMS ਤੇ ਤੁਹਾਡੇ ਨਾਲ ਆਲਰੇਡੀ ਡਾਕੂਮੈਂਟ ਸ਼ੇਅਰਡ ਆ, ਤੁਸੀਂ ਉੱਥੋਂ ਵੀ ਦੇਖ ਸਕਦੇ ਹੋ ਤੇ ਇਹ ਤੁਸੀਂ ਵੈਲਿਊਜ਼ ਫਾਈਂਡ ਆਊਟ ਕਰੋਗੇ. ਸੋ ਨੈਕਸਟ ਹੈ P ਤੇ Q. P ਮੀਨਸ ਮੈਂ ਤੁਹਾਨੂੰ ਪਹਿਲਾਂ ਕਿਹਾ ਸੀ P ਮੀਨਸ ਕੀ ਹੈ, ਪ੍ਰਪੋਰਸ਼ਨ. ਟੋਟਲ ਦਾ ਕਿੰਨਾ ਹਿੱਸਾ P ਦੇ ਅੰਡਰ ਆ ਰਿਹਾ, ਟੋਟਲ ਦਾ ਕਿੰਨਾ ਹਿੱਸਾ Q ਦੇ ਅੰਡਰ ਆ ਰਿਹਾ. ਸੋ P ਦੇ ਅੰਡਰ ਕਿੰਨਾ ਹਿੱਸਾ ਆ ਰਿਹਾ ਹੈਗਾ ਉਹ ਤੁਹਾਡੇ ਕੋਲ ਸਾਹਮਣੇ ਆ ਗਿਆ ਤੇ Q ਦੇ ਅੰਡਰ. ਇਸੇ ਨੂੰ ਮੈਂ ਨਾਰਮਲ ਪ੍ਰੋਬੈਬਿਲਿਟੀ ਤੇ ਮਾਰਕ ਕੀਤਾ ਕਿਉਂਕਿ ਅਸੀਂ ਕੀ ਫਾਈਂਡ ਆਊਟ ਕਰਨਾ, ਆਰਡੀਨੇਟ ਫਾਈਂਡ ਆਊਟ ਕਰਨਾ ਬਾਏ ਦਾ. ਆਰਡੀਨੇਟ ਮੀਨਸ ਇੱਕ ਗਰੁੱਪ ਚ ਇੰਨਾ ਹਿੱਸਾ ਆ ਰਿਹਾ, ਦੂਜੇ ਦੈਟ ਮੀਨਸ ਸਾਡਾ ਆਰਡੀਨੇਟ ਕਿੱਥੇ ਆ ਗਿਆ, ਇੱਥੇ ਆ ਗਿਆ. ਹੁਣ ਅਸੀਂ A ਦੈਟ ਇਜ਼ ਕਾਲਡ Y. ਹੁਣ ਅਸੀਂ ਇਹਦੀ ਵੈਲਿਊ ਫਾਈਂਡ ਆਊਟ ਕਰਨੀ ਹੈ ਔਰ ਇਹਦੀ ਵੈਲਿਊ ਸਾਡੇ ਕੋਲ ਕਿੱਥੋਂ ਆਏਗੀ, ਟੇਬਲ ਤੋਂ ਵੈਲਿਊ ਆਏਗੀ. ਜਦੋਂ ਅਸੀਂ ਟੇਬਲ ਯੂਜ਼ ਕਰਾਂਗੇ ਟੇਬਲ ਤੋਂ ਵੈਲਿਊ ਆਏਗੀ. ਇਹ ਟੇਬਲ ਤੋਂ ਵੈਲਿਊ ਫਾਈਂਡ ਆਊਟ ਕਰਨ ਦੇ ਲਈ ਜੋ ਇਹਦਾ ਵੇ ਆਊਟ ਆ ਜਾਂ ਅਸੀਂ ਸੋਲਵ ਕਰਦੇ ਹਾਂ, ਮੈਂ ਤੁਹਾਨੂੰ ਦੱਸ ਦਿੰਦੀ ਹਾਂ ਤੁਸੀਂ ਕਿਵੇਂ ਕਰਨਾ. ਨਾਰਮਲੀ ਦੇਖੋ ਇਹ ਲਾਈਨ ਜਿਹੜੀ ਆ ਇਹ 50% ਸ਼ੇਅਰ ਕਰ ਰਹੀ ਹੈ. ਠੀਕ ਹੈ, ਹੁਣ ਸਾਡੇ ਕੋਲ ਕੀ ਹੈਗਾ 50. ਜੇ ਤੁਸੀਂ ਇਹਨੂੰ ਇਸ ਤਰ੍ਹਾਂ ਦੇਖਦੇ ਹੋਗੇ, ਇੱਕ ਤਾਂ ਵੈਲਿਊ ਆ ਗਈ ਇਹ ਵਾਲੀ 52 ਤੇ ਜੇ ਇਹਨੂੰ ਮੈਂ 0.50 ਤੋਂ ਲੈਸ ਕਰਦੀ ਹਾਂ ਤਾਂ ਕਿੰਨੀ ਆ ਗਈ ਹੈ. ਠੀਕ ਹੈ ਜੀ, ਇਹ ਵੈਲਿਊ ਆ ਗਈ. ਸਿਮਿਲਰਲੀ ਜੇ ਅਸੀਂ ਇਹਦੇ ਚੋਂ ਕਰਦੇ ਹਾਂ, ਇਹਦੇ ਚੋਂ 50 ਚੋਂ 0.48 ਲੈਸ ਕਰਾਂਗੇ ਤਾਂ ਵੀ ਸਾਡੇ ਕੋਲ ਕੀ ਆਏਗਾ, ਦੋਨੋਂ ਤਰੀਕੇ ਨਾਲ ਤੇ ਵੈਲਿਊ ਸਾਡੇ ਕੋਲ ਇਹ ਆਏਗੀ. ਹੁਣ ਇਹ ਵੈਲਿਊ ਨੂੰ ਅਸੀਂ ਕੀ ਦੇਖਣਾਗਾ, ਟੇਬਲ ਚੋਂ ਦੇਖਣਾ ਜੋ ਆਰਡੀਨੇਟਸ ਦਾ ਟੇਬਲ ਹੈ. ਆਰਡੀਨੇਟ ਟੇਬਲ ਚ ਜਦੋਂ ਅਸੀਂ ਦੇਖਾਂਗੇ ਮੈਂ ਤੁਹਾਨੂੰ ਲੇਟਰ ਔਨ ਇਹ ਵੈਲਿਊ ਹੁਣ ਤੁਸੀਂ ਇੱਥੇ ਮਾਈਂਡ ਚ ਰੱਖਿਓ, ਮੈਂ ਤੁਹਾਨੂੰ ਲੇਟਰ ਔਨ ਟੇਬਲ ਵੈਲਿਊ ਦਿਖਾ ਦਿੰਦੀ ਹਾਂ. ਜਸਟ ਵੇਟ, ਅਸੀਂ ਇੱਥੇ ਦੇਖਦੇ ਹਾਂ ਟੇਬਲ ਵੈਲਿਊ ਕੀ ਆ ਰਹੀ ਹੈ. ਹਾਂਜੀ, ਮੈਂ ਤੁਹਾਨੂੰ ਦਿਖਾਉਣੀ ਆ ਟੇਬਲ ਵੈਲਿਊ. ਓਕੇ, ਦਿਸ ਇਜ਼ ਆਰਡੀਨੇਟ ਟੇਬਲ. ਆਈ ਥਿੰਕ ਤੁਹਾਡੀ ਪ੍ਰੈਜੈਂਟੇਸ਼ਨ ਦੇ ਪਿੱਛੇ ਵੀ ਹੋਏਗਾ, ਤੁਹਾਨੂੰ LMS ਤੇ ਵੀ ਸ਼ੇਅਰਡ ਆ ਕਿ ਤੁਸੀਂ ਇੱਥੋਂ ਦੇਖ ਸਕਦੇ ਹੋ. ਮੈਂ ਸਿਰਫ ਉਹ ਵੈਲਿਊ ਤੁਹਾਨੂੰ ਦਿਖਾਉਣਾ ਚਾਹੁੰਦੀ ਸੀ ਫॉर दैट पर्पस. ਆਈ ਐਮ ਜਸਟ ਓਕੇ, that is 0 ਕਿੰਨਾ ਆਇਆ ਸੀ 0.02 ਦੇ ਸਾਹਮਣੇ ਕਿੰਨੀ ਆ ਰਹੀ ਹੈ 0.398. ਸੋ ਇਹੀ ਵੈਲਿਊ ਮੈਂ ਉੱਥੇ ਲੈ ਰਹੀ ਹਾਂ ਤੁਹਾਡੀ. ਦੇਖੋਗੇ ਧਿਆਨ ਨਾਲ, ਜਦੋਂ ਅਸੀਂ ਇੱਥੋਂ ਵੀ ਲਈ ਆ, ਮੈਂ ਤੁਹਾਡੇ ਨਾਲ ਸ਼ੇਅਰ ਕਰਦੀ ਹਾਂ ਹੁਣ ਤੁਹਾਡੀ PPT ਅਗੇਨ. ਤੁਸੀਂ ਦੇਖੋ ਇੱਥੇ ਸਾਡੇ ਕੋਲ ਜਦੋਂ ਅਸੀਂ ਯੈਸ ਓਕੇ, ਹੁਣ ਇੱਥੇ ਮੈਂ ਕਿੰਨੀ ਵੈਲਿਊ ਲੈ ਰਹੀ ਹਾਂ 0.398 ਸੇਮ ਵੈਲਿਊ. ਸੋ ਜਿੰਨੀਆਂ ਵੈਲਿਊ ਸਾਨੂੰ ਚਾਹੀਦੀਆਂ ਸੀ P ਤੇ P ਦੀ ਵੈਲਿਊ ਆ ਗਈ, Q ਦੀ ਆ ਗਈ, Y ਦੀ ਵੈਲਿਊ ਆ ਗਈ. We get all the values and now put all the values in this formula. So at the last ਸਾਡੇ ਕੋਲ ਕੀ ਆ ਜਾਏਗਾ, ਇਹਨੂੰ ਸੋਲਵ ਕਰਕੇ ਕੈਲਕੂਲੇਸ਼ਨਸ ਕਰਕੇ ਅਸੀਂ ਫਾਈਂਡ ਆਊਟ ਕਰ ਸਕਦੇ ਹਾਂਗੇ ਪੁਆਇੰਟ ਵਾਈਜ਼. ਤੇ ਇਸੇ ਚੀਜ਼ ਨੂੰ ਸੋਲਵ ਕਰਨ ਲਈ ਮੈਂ ਤੁਹਾਨੂੰ ਇੱਕ ਪਹਿਲਾਂ ਦੱਸਿਆ ਸੀ, ਇੱਕ ਅਲਟਰਨੇਟਿਵ ਕਨਵੀਨੀਐਂਟ ਫਾਰਮੂਲਾ ਦੱਸਿਆ ਸੀ ਫॉर ਸੋਲਵਿੰਗ ਬਾਈ ਸੀਰੀਅਲ. ਤੁਸੀਂ ਉਸ ਫਾਰਮੂਲਾ ਨੂੰ ਵੀ ਯੂਜ਼ ਕਰ ਸਕਦੇ ਹੋ, ਉਸ ਫਾਰਮੂਲਾ ਨਾਲ ਵੀ
ਇਹਦੀ ਵੈਲਿਊ फाइंड आउट कर सकते हो बाय। ठीक है जी। सो नेक्स्ट कंप्यूट करांगे पॉइंट बाय सीरियल। सो पॉइंट बाय सीरियल नो सॉल्व करने के लिए फॉर्मूला वी हैव ऑलरेडी डिस्कस्ड MP माइनस MQ ओवर सिग्मा T इनटू अंडर रूट PQ। इथे ए स्टूडेंट्स ने टोटल टेस्ट स्कोर है ਇਹਦੇ ਚੋਂ ਇਹ आइटम स्कोर आ मीनस मैं ਤੁਹਾਨੂੰ ਇੱਥੇ ਇੱਕ ਚੀਜ਼ ਕਲੀਅਰ ਕਰਨੀ ਹੈ ਲਾਈਕ ਤੁਸੀਂ ਬੱਚਿਆਂ ਤੇ ਇੱਕ ਟੈਸਟ ਅਪਲਾਈ ਕੀਤਾ 25 ਟੋਟਲ ਸਕੋਰ ਸੀ ਤੁਹਾਡਾ 25 ਨੰਬਰਾਂ ਦਾ ਤੁਸੀਂ ਇੱਕ ਪੇਪਰ ਬਣਾਇਆ ਬੱਚਿਆਂ ਤੇ ਅਪਲਾਈ ਕੀਤਾ ਤੇ ਇਹ ਬੱਚੇ ਦਾ ਹਰ ਇੱਕ ਬੱਚੇ ਦਾ ਉਹ ਸਕੋਰ ਹੈ ਵੀ ਇੱਕ ਬੱਚੇ ਨੇ 25 ਨੰਬਰ ਲਏ ਇੱਕ ਨੇ 23 ਲਏ ਇੱਕ ਨੇ 18 ਲਏ ਇੱਕ ਨੇ 24 ਲਏ। ਹੁਣ ਇਹ ਚੀਜ਼ ਕੀ ਹੈ ਇਹ ਆਈਟਮ ਸਕੋਰ ਆ मीनस ਜੇ ਹੁਣ ਆਈਟਮ ਸਕੋਰ ਕੀ ਇੱਥੇ ਲਿਖਿਆ ਹੋਣਾਗਾ ਤੁਸੀਂ ਦੇਖੋ ਧਿਆਨ ਨਾਲ ਸਟੇਟਮੈਂਟ 'ਚ ਵੀ ਲਿਖਿਆ ਹੋਇਆ ਹੈਗਾ एक ग्रुप ऑफ 15 स्टूडेंट्स हैगा ते ਇਹਦੇ ਚ ਜਿਹੜਾ ਅਸੀਂ ਲੈ ਰਹੇ ਹਾਂ ਐਡਮਿਨਿਸਟ੍ਰੇਟ ਕਰ ਰਹੇ ਹਾਂਗੇ ਉਹ ਅਸੀਂ ਸਿੰਗਲ ਆਈਟਮ ਨੂੰ ਕਰ ਰਹੇ ਹਾਂ ਮੀਨ ਜਿਹੜੇ ਬੱਚੇ ਨੇ ਪਹਿਲੇ ਕੁਐਸਚਨ ਆਨਸਰ ਰਾਈਟ ਦਿੱਤਾ ਉਹਨੂੰ 1 ਮਾਰਕ ਦਿੱਤਾ ਜਿਹਨੇ ਪਹਿਲੇ ਕੁਐਸਚਨ ਦਾ ਆਨਸਰ ਰੋਂਗ ਦਿੱਤਾ ਉਹਨੂੰ 0 ਦਿੱਤਾ ਅਸੀਂ ਇਸ ਤਰੀਕੇ ਨਾਲ ਇਹਨੂੰ ਮਾਰਕ ਕੀਤਾ। ਸੋ ਇਸ ਫਾਰਮੂਲਾ ਚ ਜੋ ਕੁਝ ਐਸਪੈਕਟਸ ਸਾਨੂੰ ਚਾਹੀਦੇ ਨੇ ਅਸੀਂ x ਡੈਸ਼ ਫਾਈਂਡ ਆਊਟ ਕੀਤਾ x ਡੈਸ਼ ਦਾ ਸਕੁਅਰ ਫਾਈਂਡ ਆਊਟ ਕੀਤਾ। ਹੁਣ x ਡੈਸ਼ ਕਿਵੇਂ ਫਾਈਂਡ ਆਊਟ ਕਰ ਰਹੇ ਹਾਂ मैं मिडल मोस्ट वैल्यू ले रही हूँ मैं 22 ਨੂੰ ਲਿਆਗਾ 22 ਇਹ ਤੁਹਾਡੇ ਹੁਣ ਤੁਹਾਡੇ ਤੇ ਡਿਪੈਂਡ ਕਰ ਤੁਸੀਂ ਕਿਸ ਵੈਲਿਊ ਨੂੰ ਮਿਡਲ ਵੈਲਿਊ ਲੈ ਕੇ ਕਰ ਰਹੇ ਮੈਂ 22 ਨੂੰ ਲਿਆ ਸੋ ਮੈਂ 22 ਦੇ ਅਕੋਰਡਿੰਗ ਇਹਨਾਂ ਨੂੰ ਲੈਸ ਕਰਕੇ ਸਾਡੇ ਕੋਲ ਕੀ ਆ ਗਈ ਇਹ ਬੜੀ ਚੀਜ਼ ਬਣ ਗਿਆ ਇਹਦਾ ਸਕੁਅਰ ਰੂਟ ਕੀਤਾ ਇੱਕ ਮੈਨੂੰ ਕਿਤੇ ਨਾ ਕਿਤੇ ਹੋਰ ਰਿਕੁਆਇਰਡ ਹੈ ਮੈਂ x ਸਕੁਅਰ ਕੀਤਾ ਮੈਂ ਇਸ ਵੈਲਿਊ ਦਾ ਟੋਟਲ ਸਕੁਅਰ ਕੀਤਾ ਇੱਕ sy ਦਾ ਸਕੁਅਰ ਕੀਤਾ ਤੇ ਇੱਕ xy ਦਾ ਸਕੁਅਰ। ਠੀਕ ਹੈ ਜੀ। ਹੁਣ ਇੱਥੇ ਕੀ ਹੈ MP ਕੀ ਹੋਏਗਾ ਮੀਨ ਜਦੋਂ ਅਸੀਂ ਸਟੂਡੈਂਟਸ ਦਾ ਕੱਢਣਾਗਾ ਉਹਨਾਂ ਬੱਚਿਆਂ ਦਾ ਮੀਨ ਕੱਢਣਾਗਾ ਜਿਹਨਾਂ ਬੱਚਿਆਂ ਨੇ ਪਾਸਿੰਗ ਆਈਟਮ ਕੀ ਨੇਗੀਆਂ ਕੀ ਗਟ ਕੀਤੀਆਂ ਨੇਗੀਆਂ ਲਾਈਕ ਇਹਦੇ ਚ ਕੀ ਹੈ 9 ਬੱਚੇ ਨੇ ਜਿਨ੍ਹਾਂ ਨੇ ਇਸ ਫਸਟ ਆਈਟਮ ਨੂੰ ਪਾਸ ਕੀਤਾ। ਸੋ MQ ਕੀ ਆਏਗਾ ਜਿਨ੍ਹਾਂ ਬੱਚਿਆਂ ਨੇ ਜਿਹੜੇ ਬੱਚੇ ਫੇਲ ਹੋਏ ਨੇ ਆਈਟਮ ਚ ਦੈਟ ਮੀਨਸ ਜੇ ਟੋਟਲ ਸਟੂਡੈਂਟ 15 ਨੇ ਜੇ 9 ਨੇ ਪਾਸ ਕੀਤਾ ਤਾਂ ਫਿਰ ਕਿੰਨੇ ਹੋਏ 6 ਹੋਏ। ਸੋ MP ਕਿਵੇਂ ਫਾਈਂਡ ਆਊਟ ਹੋਏਗਾ ਟੋਟਲ ਸਕੋਰ ਦੇਖੋ ਤੁਹਾਡੇ ਕੋਲ ਪਿੱਛੇ ਆ ਰਿਹਾ ਟੋਟਲ ਤੁਸੀਂ ਲਿਖਿਆ ਹੋਇਆ ਇੱਥੇ 320 ਇੱਥੇ ਦੇਖੋ ਇੱਥੋਂ ਹੁਣ ਟੋਟਲ ਕਿਹਦਾ ਕਰਾਂਗੇ ਟੋਟਲ ਇਸ ਤਰੀਕੇ ਨਾਲ ਕਰਨਾ ਪੈਣਾ ਇੱਥੇ ਮੈਂ ਸਾਈਡ ਤੇ ਕੀਤਾ ਹੀ ਹੈ ਸਰ ਹਾਂ ਦੇਖੋ ਤੁਸੀਂ ਧਿਆਨ ਨਾਲ ਹੁਣ ਮੈਂ ਟੋਟਲ ਕਿਹਦਾ ਕੀਤਾਗਾ ਉਹ ਉਹਨਾਂ ਆਈਟਮ ਦਾ ਜਿਨ੍ਹਾਂ ਦੇ ਸਾਹਮਣੇ ਕੀ ਆ ਰਿਹਾ ਹੈਗਾ 1 ਆ ਰਿਹਾ ਦੇਖੋ 25 23 ਕੀਤਾ ਨਾ ਮੈਂ ਹੁਣ 25 ਕਿੱਥੇ ਆ ਰਿਹਾ 25 23 ਤੇ ਫਿਰ ਅਗੇਨ 23 ਤੇ ਅਸੀਂ ਉੱਥੋਂ ਉਹਨਾਂ ਸਕੋਰ ਨੂੰ ਲੈ ਰਹੇ ਹਾਂ ਤੇ ਡਿਵਾਈਡ ਕਿਹਦੇ ਨਾਲ ਕਰਨਾ ਹੈਗਾ ਜਿੰਨੇ ਨੰਬਰ ਆਫ ਸਟੂਡੈਂਟ ਪਾਸ ਨੇ ਜਿੰਨੇ ਨੰਬਰ ਆਫ ਸਟੂਡੈਂਟ ਫੇਲ ਨੇ ਤੇ MT ਟੋਟਲ ਦੀ ਕੀ ਹੈਗਾ ਟੋਟਲ ਸਾਡਾ ਕਿੰਨਾ ਇਹਨਾਂ ਦੋਨਾਂ ਦਾ ਪਲੱਸ ਕਰ ਦੋ 201 ਤੇ 122 ਦਾ ਪਲੱਸ 323 ਹੋ ਗਿਆ ਇਹ ਇੱਥੇ ਵੀ ਲਿਖਿਆ ਹੋਇਆ ਸਾਡੇ ਕੋਲ ਆ ਚੀਜ਼ ਲਿਖੀ ਹੋਈ ਆ ਤੇ ਇਹਨੂੰ ਕਿੰਨੇ ਨਾਲ ਡਿਵਾਈਡ ਕਰਾਂਗੇ 15 ਨਾਲ ਇਹ ਸਾਡਾ ਟੋਟਲ ਆ। ਦੈਨ ਸਿਗਮਾ ਟੀ ਦਾ ਫਾਰਮੂਲਾ ਮੈਂ ਤੁਹਾਨੂੰ ਪਹਿਲਾਂ ਕਿਹਾ ਸੀ ਪਿੱਛੇ ਕੁਝ ਚੀਜ਼ਾਂ ਮੈਂ ਇਸ ਤਰ੍ਹਾਂ ਦੀਆਂ ਕੀਤੀਆਂ ਮੈਨੂੰ ਰਿਕੁਆਇਰਡ ਨੇ ਹੁਣ ਸਾਡੇ ਕੋਲ ਕੀ ਹੈਗਾ ਇੱਥੇ ਡਾਟਾ ਜਿਹੜਾ ਹੈਗਾ ਉਹ ਡਿਸਕ੍ਰੀਟ ਡਾਟਾ ਹੈਗਾ। ਸੋ ਇੱਥੋਂ ਅਸੀਂ ਕੁਝ ਫਾਈਂਡ ਆਊਟ ਕੀਤਾ x ਡੈਸ਼ ਕੀਤਾ x ਡੈਸ਼ ਦਾ ਸਕੁਅਰ ਕੀਤਾ ਦੇਖੋ ਇਹੀ ਵੈਲਿਊ ਮੈਂ ਕੀ ਕਰ ਰਹੀ ਹਾਂ ਇੱਥੇ ਯੂਜ਼ ਕਰ ਰਹੀ ਹਾਂ 53 over 15 minus this one and solve ਕਰਕੇ ਸਾਡੇ ਕੋਲ ਕੀ ਆ ਗਈ ਇੱਕ ਵੈਲਿਊ ਆ ਗਈ p ਕਿਵੇਂ ਆਏਗੀ 9 over 15 q ਕਿਵੇਂ ਆਏਗੀ 6 over 15। ਇੱਕ ਚੀਜ਼ ਧਿਆਨ ਰੱਖਿਓ ਜਿਹੜਾ p ਤੇ q ਦਾ ਜਦੋਂ ਤੁਸੀਂ p ਤੇ q ਨੂੰ ਪਲੱਸ ਕਰ ਦਿਓਗੇ ਤੇ ਸਾਡੇ ਕੋਲ ਕੀ ਬਣਨਾ ਚਾਹੀਦਾ 1 ਬਣਨਾ ਚਾਹੀਦਾ 1 ਹੀ ਆਏਗਾ ਬਣ ਕੇ ਤੇ ਹੁਣ ਅਸੀਂ ਇੱਥੇ ਕੀ ਲਾ ਦਾਂਗੇ ਬਾਈਸੀਰੀਅਲ ਦਾ ਫਾਰਮੂਲਾ this is called बाइसीरियल तो साडे कोल की आ गया बाइसीरियल ਦਾ ਆਨਸਰ ਆ ਗਿਆ ਐਨ ਅਲਟਰਨੇਟਿਵ ਫਾਰਮੂਲਾ ਫॉर ਕੰਪਿਊਟਿੰਗ ਜਿਹੜਾ ਅਸੀਂ ਯੂਜ਼ ਕਰ ਸਕਦੇ ਹਾਂ। ਠੀਕ ਹੈ ਜੀ ਇਹ ਆ ਗਿਆ ਤੁਹਾਡੇ ਕੋਲ ਪੁਆਇੰਟ ਬਾਈਸੀਰੀਅਲ ਦਾ ਫਾਰਮੂਲਾ। ਸੋ ਪੁਆਇੰਟ ਬਾਈਸੀਰੀਅਲ ਦਾ ਜੋ ਅਲਟਰਨੇਟ ਫਾਰਮੂਲਾ ਦਾ ਉਹ ਹੈ ਵਾਲਾ ਦਾ ਕੀ ਆ ਉਹ MP ਮਾਈਨਸ ਸਿਗਮਾ T ਆ ਚੀਜ਼ ਆ ਤੁਹਾਡੇ ਕੋਲ ਦੇਖੋ MT ਸਿਗਮਾ T ਪਿੱਛੇ ਕਰਾਇਆ ਤੁਹਾਨੂੰ ਦੱਸਿਆਗਾ P over Y ਇਹ ਅਲਟਰਨੇਟ ਫਾਰਮੂਲਾ ਇਹਨੂੰ ਅਲਟਰਨੇਟ ਫਾਰਮੂਲਾ ਨੂੰ ਵੀ ਤੁਸੀਂ ਕੀ ਕਰ ਸਕਦੇ ਹੋਗੇ ਯੂਜ਼ ਕਰ ਸਕਦੇ ਹੋਗੇ ਪਰ ਇਹਦੇ ਲਈ ਕੀ ਹੈ ਸਾਨੂੰ ਆਰਡੀਨੇਟ ਵੈਲਿਊ ਚਾਹੀਦੀ ਹੈ। ਆਰਡੀਨੇਟ ਵੈਲਿਊ ਕਿਵੇਂ ਕੱਢਾਂਗੇ ਜਿਵੇਂ ਪਿੱਛੇ ਫਾਰਮੂਲਾ ਚ ਕੱਢੀ ਆ ਉਸੇ ਤਰੀਕੇ ਨਾਲ ਇੱਥੇ ਨਿਕਲੇਗੀ ਲਾਈਕ ਫॉर ਐਗਜ਼ਾਮਪਲ ਇੱਥੇ ਤੁਹਾਡੇ ਕੋਲ ਕੀ ਆ ਰਿਹਾ ਦੇ ਧਿਆਨ ਨਾਲ ਦੇਖੋ 0.60 ਤੇ ਕਿੱਦੇ ਚੋਂ ਲੈਸ ਕਰਾਂਗੇ ਕਿੰਨਾ ਸੈਂਟਰ ਆਰਡੀਨੇਟ ਚੋਂ 0.50 ਠੀਕ ਹੈ ਤੇ ਇਹ ਸਾਡੇ ਕੋਲ ਕਿੰਨਾ ਆ ਗਿਆ 0.10 ਤੇ ਜੇ ਇਹਦੇ ਨਾਲ ਕਰੋਗੇ ਫਿਰ ਵੀ ਸਾਡੇ ਕੋਲ ਕੀ ਆਏਗਾ ਉਹੀ ਚੀਜ਼ ਬਣ ਕੇ ਆਏਗੀ
सो उस अकॉर्डिंग टेबल तो ये वैल्यू आएगी। इट्स योर होमवर्क कि तुसी ये टेबल वैल्यू सर्च करके देखोगे भी दैट राइट आंसर कि साडे कोल इस तरीके नाल टेबल वैल्यू आ रही है। जे आ रही है तो फिर ਅਸੀਂ ਉਹ वैल्यू ਨੂੰ ਕੀ ਕਰਾਂਗੇ ਇੱਥੇ ਪੁੱਟ ਕਰਾਂਗੇ। तो सॉल्व करके साडे कोल की हो जाएगा ਤੁਹਾਡਾ ਇਹ क्वेश्चन इत्थों सॉल्व हो जाएगा। ठीक है जी। नैक्सट मैं ये च मूव करती हाँ अगले स्टैप च स्टैंडर्ड एरर ऑफ बायसीरियल। ये फॉर्मूला है जो स्टैंडर्ड एरर ऑफ डिफरेंस कढ़ना है तो एस्टीमेटिंग फाइंड आउट करते हैं तो असं फॉर्मूला यूज करते हैं। ठीक है जी। फॉर्मूला तुहाडे सामने तुहानू विजिबल हो रहा दिख रहा है। इत्थे की है स्टैंडर्ड एरर ऑफ बायसीरियल आर व्हेन नीदर पी नॉर क्यू इज लेस देन 10 एंड एन इज लार्ज होना चाहिए। और ये एजम्पशन लेके चलते हैं भी जी सिंपल डिस्ट्रीब्यूशन आ वो ये अंडर की होएगी नॉर्मल होएगी। कॉन्फिडेंस ऑफ इंटरवल जो इस तरीके फिट करते हैं 0.95 एंड 0.99 कॉन्फिडेंस ऑफ इंटरवल तो इनू करते हैं कैलकुलेट करते हैं। ठीक है जी। बायसीरियल प्लस माइनस 1.96 एक ही होएगा 0.95 सिग्निफिकेंट इंटरवल, दूसरा होएगा 0.99 कॉन्फिडेंट इंटरवल। हुण मैं पिछे जावांगी कुछ वैल्यूज ने पी क्यू वाई एन बायसीरियल ये वैल्यू असी पिछों मैं पिछले सम तो ही रैफर कर रही हूँ। जो तुम सॉल्व करोगे बच्चे पिछों ये वैल्यूज लै लियो तो वैल्यूज उत्थों ही लैके असी इन्हें स्टैंडर्ड एरर ऑफ डिफरेंस फाइंड आउट कर। ठीक है जी। सो कॉन्फिडेंस ऑफ इंटरवल ते हुण जो असी इत्थे देखो ध्यान नाल इत्थे वैल्यूज जो फाइंड आउट कीती है दैट इज सिग्मा आर बायसीरियल। ये वैल्यू इत्थे की करांगे असी पुट करांगे। देखो इत्थे पुट कर रहे हैं इत्थे पुट करके साडे कोल की आ गया ए आ गया मतलब 0.95 लेवल पे की होएगा। कॉन्फिडेंट इंटरवल कितों लाई करेगा 0.33 तो लेके 0.60 तक। सिमिलरली जो 99 पे देखेंगे तो आ वाली। ठीक है। अगर मैं इन्हां दे करैक्टरिस्टिक्स की गल करदी हां तां ये जिहड़ी टेक्निक आ ये पैरामीट्रिक टेक्निक आ बायसीरियल ते इनू यूज करदे हां असीं इंटरफेरेंशियल पर्पस लई। सेम एज पियरसन आर कोरिलेशन सबस्टिट्यूट ऑफ पियरसन आर वेयर इट कैन बी यूज्ड मतलब जिथे वो नहीं यूज होंदा उत्थे जगह ते असीं करांगे सबस्टिट्यूट फॉर्म च यूज करांगे। जिथे सानू वो यूज करना मुश्किल लगदा पियरसन आर उत्थे यूज करांगे। इहदे च स्टैंडर्ड एरर जिहड़ा that is calculated ਅਸੀਂ कर सकते हैं। ਜਿਹਦੀਆਂ लिमिटेशंस की गल करते हैं it is based on the some assumptions such type like ਅਸੀਂ ਕਹਿੰਦੇ normal distribution होनी चाहिए है। in most of the situation ਜੇ ਉਹ condition satisfy नहीं ਹੁੰਦੀਆਂ ਤਾਂ ਅਸੀਂ ਇਸ ਫਾਰਮੂਲਾ ਨੂੰ नहीं लगा सकते। substitute of Pearson R ਦਾ hence ਜਿਹੜੀ linearity ਆ another condition ਆ ਜਿਹੜੀ ਸਾਨੂੰ ਇਹਦੇ ਚ ਕੀ ਕਰਨੀ ਚਾਹੀਦੀ ਹੈ पूरी होनी चाहिए क्योंकि ਜੇ ਅਸੀਂ ਉਹਦਾ substitute ਕਹਿੰਦੇ ਆ ਤਾਂ क्योंकि वो लीनियर कोरिलेशन है तो जे ओदी ओ कंडीशंस नु पूरा ओदी जगह ते यूज करना ਤਾਂ ऑब्वियसली जो ओदी अजम्पशंस ने ਉਹ ਸਾਨੂੰ ਕੀ ਕਰਨੀਆਂ ਪੈਣਗੀਆਂ ਇਹਦੇ ਚ ਮੰਨਣੀਆਂ ਪੈਣਗੀਆਂ तो सम टाइम वो भी ਇਹਦੇ ਚ प्रॉब्लम होंदी है। रिस्क इन ड्राइंग इंटरफेरेंस ऑन द बेसिस ऑफ बायसीरियल ਜਿਹੜਾ ਇਹਦੇ ਚ ਇਸ ਤੋਂ ਇਲਾਵਾ डिफिकल्ट समहाउ इट्स अ डिफिकल्ट टेक्निक ਜਿਹੜੀ ਅਸੀਂ ਕਰ ਸਕਦੇ ਹਾਂ ਕਿ सम टाइम इंप्लीमेंट नहीं कर सकते। और एक बच्चे कई जगह पे ਤੁਹਾਨੂੰ यूज करने ਨੂੰ आएगा इट्स अ वेरी इंपॉर्टेंट फैक्ट कह लो अबाउट पॉइंट बाय सीरियल लाइक ਅਸੀਂ ਗੱਲ ਕਰਦੇ ਹਾਂ पॉइंट बाय सीरियल ਦੀ। पॉइंट बाय सीरियल एक तरह ਦਾ ਪੀਅਰਸਨ ਆਰ पॉइंट बाय सीरियल ਜਿਹੜੀ ਕੈਲਕੂਲੇਸ਼ਨ ਆ ਇਟਸ ਸੇਮ ਐਸ ਪੀਅਰਸਨ ਪ੍ਰੋਡਕਟ ਮੂਵਮੈਂਟ ਕੋਰੀਲੇਸ਼ਨ ਤੇ ਇਹਨੂੰ ਸ਼ੋ ਕਰਨ ਦੇ ਲਈ ਮੈਂ ਤੁਹਾਨੂੰ ਇਹ ਡਾਟਾ ਯੂਜ਼ ਕਰ ਰਹੀ ਹਾਂ। ਤੁਸੀਂ ਪਿੱਛੇ ਜਿਹੜੀਆਂ ਵੈਲਿਊਜ਼ ਨੇਗੀਆਂ ਪਿਛਲੇ ਸਮ ਦੇ ਵਿੱਚ ਤੁਹਾਨੂੰ ਮੈਂ ਕਿਹਾ ਸੀ ਇੱਕ ਜਗ੍ਹਾ ਤੇ ਮੈਂ ਕੁਝ ਵੈਲਿਊਜ਼ ਫਾਈਂਡ ਆਊਟ ਕੀਤੀਆਂ ਨੇ ਜਿਹੜੀਆਂ ਮੈਨੂੰ ਕਿਤੇ नेक्स्ट टाइम मैं की करनियां ने यूज करनियां ने एंड दीज आर दैट वैल्यूज ये पिछों चक्कियां ने मैं कोई नवीं नहीं कीतियां पिछे सॉल्व कीतियां नहीं है ਤੁਹਾਡੇ ਕੋਲ पेज नंबर 7 ਤੇ मैं ਤੇ रेफरेंस लिखी हुई है। ਤੁਸੀਂ ਇਹਨਾਂ ਵੈਲਿਊਜ਼ ਨੂੰ ਕੀ ਕਰਨਾ ਸੀ ਇੱਥੇ ਯੂਜ਼ ਕਰਨਾ ਇਹ ਮੈਂ ਇਹ ਵੈਲਿਊਜ਼ ਕਰ ਰਹੇ ਹਾਂ ਅਸੀਂ ਇੱਥੇ ਪੁੱਟ ਕਰ ਰਹੇ ਹਾਂ ਦੇਖੋ ਪੁੱਟ ਕਰਕੇ ਵੈਲਿਊ ਆਰ ਦੀ ਆ ਰਹੀ ਹੈ ਔਰ ਇਹ ਆਰ ਪੀਅਰਸਨ ਦੇ ਨਾਲ ਔਰ पॉइंट बाय सीरियल ਦੇ ਨਾਲ ਤੁਹਾਡੇ ਕੋਲ ਕੀ ਆ ਰਿਹਾ ਆंसर सेम आ रहा। ठीक है जी। चलो ओके नाउ अगर मैं सिग्निफिकेंस की गल करदी हां जिवें ਅਸੀਂ सिग्निफिकेंस की बायसीरियल च गल कीती है तां ਉਹਦਾ ਤੁਹਾਨੂੰ मैं दस दिता फार्मूला की है। इसे तरीके नाल अगर ਅਸੀਂ सिग्निफिकेंस पॉइंट बाय सीरियल की गल करते हैं ਤੁਹਾਨੂੰ क्वेश्चन आउंदा है भी ਤੁਸੀਂ वैल्यू ਜਿਹੜੀ आ रही है दैट वैल्यू इज सिग्निफिकेंट एट विच लैवल ਤਾਂ ਤੁਹਾਨੂੰ फाइंड आउट करनी आनी चाहिए है। ਉਹਨੂੰ फाइंड आउट ਕਰਨ ਦਾ ਕੀ ਹੈ क्योंकि ਇਹ ਜਿਹੜਾ ਮੈਥਡ ਆ दैट इज पैरेलल टू
ਪੀਅਰਸਨ ਆਰ। ਸੋ ਇਹਦੇ ਜਿਹੜਾ ਅਸੀਂ ਫਾइंड आउट करना गा सिग्निफिकेंस ਲੈਵਲ फाइंड आउट करना, दैट इज आल्सो सेम। अगर ये उस टेक्निक ਦੇ ਨਾਲ ਸੇਮ ਚੱਲਦਾ ਤਾਂ ਇਹਦੇ ਚ ਅਸੀਂ ਸੇਮ ਤਰੀਕੇ ਨਾਲ ਹੀ ਕੀ ਕਰ ਸਕਦੇ ਹਾਂ, ਇਹਦੇ ਲਈ ਅਲੱਗ ਤੋਂ ਅਸੀਂ ਕੋਈ ਸਟੈਂਡਰਡ ਐਰਰ ਆਫ ਡਿਫਰੈਂਸ ਨਹੀਂ ਕੱਢਦੇ, ਤੇ ਇਹਨੂੰ ਅਸੀਂ ਉਸੇ ਤਰੀਕੇ ਨਾਲ ਕੀ ਕਰ ਸਕਦੇ ਹਾਂ, ਯੂਜ਼ ਕਰ ਸਕਦੇ ਹਾਂ। ਸਾਡੇ ਫਾਰਮੂਲਾ ਕੀ ਹੁੰਦਾ, ਡਿਗਰੀ ਆਫ ਫਰੀडम ਕੱਢਣੀ ਹੁੰਦੀ ਹੈ, ਤੇ ਤੁਸੀਂ ਪੀਅਰਸਨ ਦਾ ਟੇਬਲ ਦੇਖੋਗੇ, ਪੀਅਰਸਨ ਦੇ ਟੇਬਲ ਦੇ ਵਿੱਚੋਂ ਹੀ ਤੁਸੀਂ ਇਹਦੀਆਂ ਵੈਲਿਊਜ਼ ਨਹੀਂ ਕੱਢ ਸਕਦੇ। ਫॉर एग्जांपल ਇੱਥੇ ਡਿਗਰੀ ਆਫ ਫਰੀडम ਕੀ ਹੈਗੀ, दैट इज n-2, n ਕਿੰਨਾ ਸਾਡੇ ਕੋਲ 15 -2 दैट इज 13, ਤੇ r ਦੀ ਵੈਲਿਊ ਕਿੰਨੀ ਆ ਰਹੀ ਹੈ, ਟੇਬਲ ਵੈਲਿਊ ਦੇ ਅਕੋਰਡਿੰਗ ਦੱਸ ਰਹੀ ਹਾਂ, ਟੇਬਲ ਵੈਲਿਊ ਦੀ ਇਹ ਵੈਲਿਊ ਆ ਰਹੀ ਹੈ, ਸਾਡੀ ਵੈਲਿਊ ਕਿੰਨੀ ਆ ਰਹੀ ਹੈ 0.54, that means that value lies between these two values. This value is greater than the table value at 0.05 level of the significance and less than the table value at 0.01 level of significance. It may be stated that r ਜਿਹੜੀ ਸਾਡੇ ਕੋਲ ਆਈ, that is significant but not highly significant, means ਉਹ significant ਹੈ, सिर्फ 0.05 लेवल पे सिग्निफिकेंट है, बट 0.01 पे सिग्निफिकेंट नहीं है। ठीक है जी, मींस ਇਹ ਪੀਅਰਸਨ ਦੀ ਆਰ ਨੂੰ ਟੇਬਲ ਤੇ ਇੰਟਰਪ੍ਰੀਟ ਕਰਨ ਦੇ ਲਈ ਅਸੀਂ ਕਿਹੜਾ ਟੇਬਲ ਦੇਖਾਂਗੇ, ਕਾਰਲ ਪੀਅਰਸਨ ਵਾਲਾ ਟੇਬਲ ਦੇਖਾਂਗੇ ਫॉर ਪੁਆਇੰਟ ਵਾਈਜ਼ ਸੀਰੀਅਲ। ਸੋ ਪੁਆਇੰਟ ਵਾਈਜ਼ ਸੀਰੀਅਲ ਦੀਆਂ ਕਰੈਕਟਰਿਸਟਿਕਸ ਦੀ ਗੱਲ ਕਰਦੇ ਹਾਂ। ਇੱਕ ਤਾਂ ਪੁਆਇੰਟ ਵਾਈਜ਼ ਸੀਰੀਅਲ ਜਿਹੜਾਗਾ ਕੋਰਿਲੇਸ਼ਨ ਇਜ਼ ਬੈਟਰ ਐਂਡ ਮੋਰ ਡਿਪੈਂਡੈਂਟੇਬਲ ਜਿਹੜੀ ਆ ਸਟੈਟਿਕਸ than biserial correlation. दूसरा point by serial makes no assumption variables. ਇਹਦੇ ਚ ਜਿਹੜੀ ਅਸੀਂ ਕਹਿੰਦੇ ਆ ਡਿਸਟ੍ਰੀਬਿਊਸ਼ਨ ਆ, ਉਹ ਡਿਕੋਟਮਾਈਜ਼ ਹੋਏਗੀ, ਡਿਕੋਟਮੀ ਬੇਸ ਤੇ ਹੋਏਗੀ, ਵੇਰੀਏਬਲ ਨੂੰ ਡਿਕੋਟਮਾਈਜ਼ ਕਰਦੇ ਆ ਅਸੀਂ, ਯੈਸ ਨੋ ਹੋ ਗਿਆ, ਟਰੂ ਫਾਲਸ ਹੋ ਗਿਆ, ਮਤਲਬ ਜਾਂ ਉਧਰ ਹੋਏਗਾ ਜਾਂ ਉਧਰ ਹੋਏਗਾ। ਇਟਸ ਰੇਂਜ ਫਰਮ -1 to 1. It may be used in regression equation as Pearson। ਜਦੋਂ ਅਸੀਂ regression equation find out ਕਰਦੇ ਆ, ਉਸ ਜਗ੍ਹਾ ਤੇ ਅਸੀਂ ਪੀਅਰਸਨ ਆਰ ਯੂਜ਼ ਕਰਦੇ ਹਾਂ। ਜੇ ਕਈ ਵਾਰੀ ਕੀ ਹੈਗਾ, ਅਸੀਂ ਉਸ ਜਗ੍ਹਾ ਤੇ ਵੀ ਇਹਨੂੰ ਕੀ ਕਰ ਸਕਦੇ ਹਾਂਗੇ, ਯੂਜ਼ ਕਰ ਸਕਦੇ ਹਾਂ। ਪੁਆਇੰਟ ਵਾਈਜ਼ ਸੀਰੀਅਲ ਕੋਰਿਲੇਸ਼ਨ ਇਜ਼ ਸੇਮ ਐਜ਼ ਪ੍ਰੋਡਕਟ ਮੂਵਮੈਂਟ ਕੋਰਿਲੇਸ਼ਨ। ਇਟ ਕੈਨ ਬੀ ਚੈੱਕ ਬਾਈ ਕੰਪਿਊਟਿੰਗ ਆਰ। ਜਿਹਨੂੰ ਅਸੀਂ ਚੈੱਕ ਕਰਨਾ, ਇਹਦੇ ਆਂਸਰ ਨੂੰ ਚੈੱਕ ਕਰਨਾ, ਜਿਵੇਂ ਤੁਹਾਨੂੰ ਪਿੱਛੇ ਦਿਖਾ ਵੀ ਚੁੱਕੀ ਹਾਂ, ਤੇ ਅਸੀਂ ਇਹਨੂੰ ਨੋਟ ਕਰ ਸਕਦੇ ਹਾਂ, ਯੂਜ਼ ਕਰ ਸਕਦੇ ਹਾਂ। This technique is used for estimating item discriminating power or item reliability. Okay, applicable only in true or facts ਜਿਹੜੇ ਨੇ, ਕਿੱਥੇ ਜਿੱਥੇ ਵੇਰੀਏਬਲ ਦੇ ਵਿੱਚ ਕੀ ਹੋਏਗਾ, ਟਰੂ ਹੋਏਗਾ ਜਾਂ ਫੈਕਟਸ ਹੋਣਗੇ ਉੱਥੇ ਯੂਜ਼ ਹੋਏਗਾ। Applicable for small as well as large sample data। ਅਸੀਂ ਇਹਨੂੰ small ਲਈ ਵੀ ਯੂਜ਼ ਕਰ ਸਕਦੇ ਹਾਂ, large ਲਈ ਵੀ ਯੂਜ਼ ਕਰ ਸਕਦੇ ਹਾਂ। अगर मैं डिलिमिटेशन की गल करती हाँ, तो डिलिमिटेशन ਦੇ ਵਿੱਚ ਕੀ ਹੈਗਾ, ਇੱਕ ਤਾਂ ਜਿਹੜੀ assumption ਆ ਨੋਰਮੈਲਿਟੀ ਦੀ, ਉਹ ਐਪਲੀਕੇਬਲ ਓਨਲੀ ਔਨ ਵੇਰੀਏਬਲਸ ਆ, ਅਦਰ ਵੇਰੀਏਬਲ ਜਿਹੜੇ ਨੇਗੇ ਇਹਦੇ ਚ ਟਰੂ ਡਿਕੋਟਮਸ ਹੋਏਗਾ। not a linear correlation but it is considered same as Pearson R। risk in ਜਦੋਂ ਅਸੀਂ interference draw ਕਰਨੀ ਆ, ਉਸ ਟਾਈਮ ਤੇ ਕੀ ਹੈ, sometimes we face risk। It is applicable for item reliability index or discriminating power of the item, but not for difficulty value। Item reliability ਇਹਨਾਂ ਨੂੰ find out ਕਰ ਸਕਦੇ ਹਾਂ, discriminating power ਇਹਨਾਂ ਨੂੰ find out ਕਰ ਸਕਦੇ ਹਾਂ, but with the help of point by serial we don't find difficulty value। ਜਦੋਂ ਤੁਸੀਂ standardization of test ਦੀ ਗੱਲ ਕਰਦੇ ਹੋ, ਉੱਥੇ ਇਹ terms ਤੁਸੀਂ ਪੜ੍ਹੀਆਂ ਹੋਣਗੀਆਂ। next or last topic, ਜਦੋਂ ਅਸੀਂ ਦੋਨਾਂ ਨੂੰ compare ਕਰਦੇ ਹਾਂ, ਕਿਉਂਕਿ ਮੈਂ ਤੁਹਾਨੂੰ ਪਹਿਲਾਂ ਕਿਹਾ दोनों टेक्निक इकट्ठियां चलनियां ने, कुछ इन्हां च सिमिलैरिटीज भी ने, कुछ इन्हां च की हैगा डिफरेंसेस भी हो सकते हैं। सो बोथ द टेक्निक आर सिमिलर। ਇਹਦੇ ਚ ਕੀ ਹੋਣਗੀਆਂ ਜਿਹੜੀਆਂ ਸਿਮਿਲਰ ਸਿਚੁਏਸ਼ਨ ਆ, ਸਿਚੁਏਸ਼ਨ ਕਿਹੜੀ ਸਿਮਿਲਰ ਆ, ਮੀਨ ਸਾਡੇ ਕੋਲ ਜੋ ਵੇਰੀਏਬਲਸ ਹੋਣਗੇ ਉਹਦੇ ਚ ਜੋ ਡਾਟਾ ਹੋਏਗਾ, ਇੱਕ ਵੇਰੀਏਬਲ ਨੂੰ ਅਸੀਂ ਐਜ਼ ਇਟ ਇਜ਼ ਰੱਖਾਂਗੇ ਕੰਟੀਨਿਊਏਸ਼ਨ ਡਾਟਾ ਦੇ ਵਿੱਚ, ਦੂਸਰੇ ਨੂੰ ਅਸੀਂ ਕੀ ਕਰਾਂਗੇ, ਉਹਨੂੰ ਉਹਦੀ ਡਿਕੋਟਮੀ ਦੇ ਅਕੋਰਡਿੰਗ ਡਿਵਾਈਡ ਕਰ ਦਾਂਗੇ। ਪਹਿਲੀ ਸਿਮਿਲੈਰਿਟੀ। दूसरा point by serial is used in true or fact ਜਿਹੜੇ ਨੇਗੇ ਫਾਸਟ ਜਿਹੜੀਆਂ ਡਿਕੋਟਮੀਜ਼ ਵਨ ਵੇਰੀਏਬਲ ਦੀਆਂ, ਜਦੋਂ ਕਿ ਦੂਸਰਾ ਵੇਰੀਏਬਲ ਕੀ ਹੋਏਗਾ, ਕੰਟੀਨਿਊ ਵੇਰੀਏਬਲ। ਬਾਈ ਸੀਰੀਅਲ ਦੇ ਵਿੱਚ ਕੀ ਹੋ ਗਿਆ, ਡਿਫਰੈਂਟ ਆ। ਬਾਈ ਸੀਰੀਅਲ ਚ ਕੀ ਕਰਦੇ ਹਾਂ ਅਸੀਂ, ਟਰੂ ਡਿਕੋਟਮੀਜ਼ ਨੇਚਰ ਨਹੀਂ ਫੋਲੋ ਕਰਦੇ। ਨੈਕਸਟ ਹੈ ਬਾਈ ਸੀਰੀਅਲ ਕੋਰਿਲੇਸ਼ਨ ਦੇ ਵਿੱਚ ਕੀ ਆ, ਅਜੰਪਸ਼ਨ ਜਿਹੜੀਆਂ ਨੇਗੀਆਂ ਉਹ ਨਾਰਮਲ ਡਿਸਟ੍ਰੀਬਿਊਸ਼ਨ ਦੇ ਬੇਸ ਤੇ ਹੁੰਦੀਆਂ ਨੇ ਫॉर बोथ द ਵੇਰੀਏਬਲ, ਬਟ ਪੁਆਇੰਟ ਬਾਈ ਸੀਰੀਅਲ ਦੇ ਵਿੱਚ ਇਸ ਤਰ੍ਹਾਂ ਦੀ ਕੋਈ ਅਜੰਪਸ਼ਨ ਨਹੀਂ ਹੁੰਦੀ। Point by serial correlation is similar to Pearson correlation। It's more
डिपेंडेंट टेबल देन बाइसीरियल कोरिलेशन। ये मतलब बाइसीरियल इंडिपेंडेंट मैथड है एज कंपेयर टू पॉइंट बाइसीरियल, क्योंकि पॉइंट बाइसीरियल किते ना किते पीयरसन ते डिपेंडेंट आ। ਅਸੀਂ ਟੇਬਲ ਦੇਖਣਾ, ਅਸੀਂ ਸਿਗਨੀਫੀਕੈਂਸ ਦੇਖਣੀ ਹੈ ਉਹਦੀ, ਕਿਹਨੂੰ ਦੇਖਾਂਗੇ ਅਸੀਂ, ਪੀਅਰਸਨ ਤੇ ਸਾਨੂੰ ਵਰਕ ਕਰਨਾ ਪੈਣਾ। Point biserial correlation has great scope in measurement to estimate the item reliability and validity. Point biserial ਜਿਹੜਾ correlation ਆ ਉਹਨੂੰ ਅਸੀਂ ਜ਼ਿਆਦਾ ਕਿੱਥੇ use ਕਰਦੇ ਹਾਂ, ਜਦੋਂ item reliability find out ਕਰਨੀ ਹੈ ਜਾਂ validity find out ਕਰਨੀ ਹੈ, that time point biserial ਦਾ ਕੀ ਹੈਗਾ scope ਜ਼ਿਆਦਾ। Point biserial correlation ਜਿਹੜੀ range ਆ that is from -1 to +1, but biserial correlation may be greater than 1, ਉਹ ਤੋਂ ਜ਼ਿਆਦਾ ਹੋ ਸਕਦਾ। ਠੀਕ ਹੈ ਜੀ, that's all about your these two topics, biserial and point biserial, and this is the table 56, that is called ordinate table, and ਜੋ ਮੈਂ ਸਕੈਨ ਕੀਤਾ ਤੁਹਾਡਾ table that is from Garrett ਦੀ ਬੁੱਕ ਦੇ ਵਿੱਚ ਟੇਬਲ ਆ, ਇਹ ਟੇਬਲ ਤੁਸੀਂ ਉੱਥੋਂ ਦੇਖ ਸਕਦੇ ਹੋਗੇ। ਠੀਕ ਹੈ ਜੀ, so that's all about this topic. The problem sums already shared on the LMS, you can check from there and solve these those all questions, ਤਾਂ ਕਿ ਤੁਹਾਡੀ ਪ੍ਰੈਕਟਿਸ ਹੋ ਜੇ। ਜਿੰਨੀ ਤੁਸੀਂ ਇਹਦੀ ਪ੍ਰੈਕਟਿਸ ਕਰੋਗੇ ਓਨਾ ਹੀ ਤੁਹਾਨੂੰ ਇਹਦੇ ਵਿੱਚ ਤੁਹਾਡੀ ਪਰਫੈਕਸ਼ਨ ਹੋਏਗੀ। ਇਹ ਹੁਣ that's up to you ਕਿ ਤੁਸੀਂ ਇਹਨੂੰ ਕਿਵੇਂ ਇਹਦੇ ਤੇ ਕੰਮ ਕਰਦੇ ਹੋ, ਕਿੰਨੇ ਸਮ ਸੋਲਵ ਕਰਦੇ ਹੋ। Just for the your helping purpose, and record this lesson and shared with you through LMS. Okay, thank you very much.